ਨਮਸਕਾਰ, ਮੈਂ ਹਾਂ ਰਵਿੰਦਰ ਰਿਆਜ਼। ਸੱਚਖੋਂ ਪੰਜਾਬੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬ ਵਿੱਚ ਹੋਈਆਂ ਦੁਖਦਾਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਅੱਜ ਡੇਰਾ ਸੱਚਾ ਸੌਦਾ ਦੇ ਵਕੀਲਾਂ ਵੱਲੋਂ ਤੇ ਪ੍ਰਵਕਤਾਵਾਂ ਵੱਲੋਂ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਰੱਖੀ ਗਈ ਸੀ, ਜਿਸ ਵਿੱਚ ਮੁੱਦੇ ਰੱਖੇ ਗਏ। ਕਿਉਂਕਿ ਤੁਹਾਨੂੰ ਦੱਸ ਦਈਏ, ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀਂਦਸਾ ਦਾ ਮੁੜ ਤੋਂ ਨਾਮ ਜਿਹੜਾ ਹੈ ਬੇਅਦਬੀ ਦੇ ਵਿੱਚ ਝੋਂਕਿਆ ਜਾ ਰਿਹਾ, ਤੇ ਇਸ ਨੂੰ ਲੈ ਕੇ ਕੇਵਲ ਬਰਾੜ ਆ ਸਾਡੇ ਨਾਲ ਜਿਹੜੇ ਲੀਗਲ ਦੇਖਦੇ ਆ ਕਾਰਵਾਈ, ਤੇ ਸੰਦੀਪ ਕੌਰ ਜੀ ਹੈ ਜਿਹੜੇ ਡੇਰਾ ਸੱਚਾ ਸੌਦਾ ਦੀ ਸਪੋਕਸਪਰਸਨ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੇਵਲ ਬਰਾੜ ਸਾਹਿਬ, ਸਭ ਤੋਂ ਪਹਿਲਾਂ ਅੱਜ ਜਿਹੜੀ ਤੁਸੀਂ ਫੈਕਟ ਰੱਖੀ ਹੈ, ਕੀ ਫੈਕਟ ਸੀ? ਸਰ, ਅੱਜ ਜਿਹੜੀ ਪ੍ਰੈਸ ਕਾਨਫਰੰਸ ਸੀਗੀ ਬੇਅਦਬੀ ਦੇ ਕੇਸਾਂ ਦੇ ਸੰਬੰਧ ਦੇ ਵਿੱਚ ਹੀ ਸੀ। ਵੈਸੇ ਤਾਂ ਅਸੀਂ ਪੱਖ ਜਦੋਂ ਤੋਂ 2018 ਤੋਂ ਮਹਿੰਦਰਪਾਲ ਬਿੱਟੂ ਨੂੰ ਅਰੈਸਟ ਕੀਤਾ ਹੈ, ਉਹਨੂੰ ਉਦੋਂ ਜ਼ਬਰਦਸਤੀ ਕਬੂਲਨਾਮਾ ਜਿਹੜਾ ਹੈ ਲਿਆ ਗਿਆ, ਉਦੋਂ ਤੋਂ ਹੀ ਪੱਖ ਰੱਖ ਰਹੇ ਹਾਂ ਵੀ ਅਸੀਂ ਬੇਕਸੂਰ ਹਾਂ ਜੀ, ਸਾਡੇ ਨਾਲ ਧੱਕਾ ਹੋ ਰਿਹਾ। ਪਰ ਪਿਛਲੇ 5 ਸਾਲਾਂ 'ਚ ਸਾਡੀ ਸੁਣਵਾਈ ਨਹੀਂ ਹੋਈ। ਹੁਣ ਅਖੀਰ 'ਤੇ ਇਲੈਕਸ਼ਨਾਂ ਵੇਲੇ ਆ ਕੇ ਜਿਹੜਾ ਹੈਗਾ ਬਾਬਾ ਜੀ ਦਾ ਨਾਮ ਵੀ ਵਿੱਚ ਪਾ ਦਿੱਤਾ ਗਿਆ, ਤਾਂ ਉਹਦੇ ਸੰਬੰਧ 'ਚ ਹੀ ਅੱਜ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਵੀ ਇਹ ਸਾਰਾ ਝੂਠ ਦਾ ਪਲੰਦਾ ਹੈ। ਇਹ ਜਿਹੜੀ ਗੱਲ ਜਿਹੜੀ ਹੈ ਡੇਰਾ ਸੱਚਾ ਸੌਦਾ ਨੂੰ ਨਿਸ਼ਾਨਾ ਬਣਾ ਕੇ ਪਿਛਲੀ ਜਿਹੜੀ SIT ਲਾ ਲਓ ਜਾਂ ਸਰਕਾਰ ਲਾ ਲਓ, ਉਹਨਾਂ ਨੇ ਇੱਕ ਪਾਸੜ ਜਾਂਚ ਕੀਤੀ ਹੈ, ਸਾਡਾ ਪੱਖ ਸੁਣਿਆ ਹੀ ਨਹੀਂ। ਅੱਜ ਅਸੀਂ ਪ੍ਰੈਸ ਕਾਨਫਰੰਸ ਕਰਕੇ ਕੀਤੀ ਵੀ ਸਾਡਾ ਪੱਖ ਵੀ ਸੁਣੋ। ਮਹਿੰਦਰਪਾਲ ਬਿੱਟੂ ਵਾਲੀ ਚਿੱਠੀ ਪਈ ਹੈ ਜਾਂ ਸਾਡੇ ਐਲੀਗੇਸ਼ਨ ਹੈ, ਪਹਿਲਾਂ ਸਾਡੀ ਜਿਹੜੀ ਹੈ ਇਨਵੈਸਟੀਗੇਸ਼ਨ ਹੋਈ ਹੈ, ਅਸੀਂ ਤਾਂ ਕੋਆਪਰੇਟ ਕੀਤਾ ਹੈ। CBI ਨੇ, ਆਨਰੇਬਲ ਹਾਈ ਕੋਰਟ ਨੇ ਵੀ ਕਿਹਾ ਸੀ ਵੀ CBI ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਹੈ ਪੰਜਾਬ ਪੁਲਿਸ ਨੂੰ, ਜਦੋਂ ਇਹਨਾਂ ਨੇ ਵਾਪਸ ਲਈ ਹੈ ਜਾਂਚ, ਤਾਂ ਉਹਨਾਂ ਨੇ ਕਿਹਾ ਸੀ ਉਹਨੂੰ ਕੰਸੀਡਰ ਕਰੋ ਅਤੇ ਫਰਦਰ ਇਨਵੈਸਟੀਗੇਸ਼ਨ ਕਰੋ। ਪਰ ਇਹਨਾਂ ਨੇ ਫਿਰ ਆਪਦੀ ਜਿਹੜੀ ਕਹਾਣੀ ਝੂਠੀ ਕਹਾਣੀ ਬਣਾਈ ਸੀ, ਉਸੇ ਨੂੰ ਪਲਾਂਟ ਕਰਕੇ ਡੇਰਾ ਪ੍ਰੇਮੀਆਂ ਦਾ ਚਲਾਨ ਕਰਤਾ, ਨਾਲੇ ਬਾਬਾ ਜੀ ਦਾ ਕਰਤਾ। ਸਰ, 2015 ਦੀ ਘਟਨਾ ਤੁਸੀਂ ਦੱਸਿਆ, 2015 ਵਿੱਚ ਘਟਨਾ ਹੁੰਦੀ ਹੈ, ਤਾਂ 2 ਸਾਲ ਪਹਿਲਾਂ ਜਦੋਂ ਘਟਨਾ ਹੁੰਦੀ ਹੈ 17 ਤੱਕ ਨਾਮ ਨਹੀਂ ਆਉਂਦਾ, ਤਾਂ ਫਿਰ ਜਾਣ ਕੇ ਗੁਰੂ ਜੀ ਦਾ ਨਾਮ ਲਿਆ ਜਾਂਦਾ ਤੁਹਾਡੇ ਮੁਤਾਬਿਕ? ਬਿਲਕੁਲ। ਜੇ ਤੁਸੀਂ ਇਹ ਕਹਿੰਦੇ ਵੀ ਮਹਿੰਦਰਪਾਲ ਬਿੱਟੂ ਦਾ ਬਿਆਨ 164 ਦਾ, ਉਹਦੇ ਵਿੱਚ ਵੀ ਤਾਂ ਬਾਬਾ ਜੀ ਦਾ ਨਾਮ ਹੈ ਨਹੀਂਗਾ, ਨਾ ਤਾਂ ਉਹਦੇ ਵਿੱਚ ਹੈ। ਫਿਰ ਜਿਹੜੇ ਹੈ ਇਹ ਗਵਾਹ ਸੀਗੇ ਜਿਹੜੇ ਪਹਿਲਾਂ ਉਹਨਾਂ ਨੇ ਪੰਜਾਬ ਪੁਲਿਸ ਨੂੰ ਵੀ ਬਿਆਨ ਦਿੱਤੇ ਹੈ, ਫਿਰ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਨੂੰ ਵੀ ਦਿੱਤੇ ਹੈ, ਫਿਰ CBI ਨੂੰ ਵੀ ਬਿਆਨ ਦਿੱਤੇ ਹੈ, ਤਾਂ ਕਿਸੇ ਨੇ ਕੋਈ ਐਲੀਗੇਸ਼ਨ ਲਾਏ ਨਹੀਂ, ਕਿਉਂਕਿ ਗੁਰੂ ਜੀ ਦਾ ਤਾਂ ਕੋਈ ਲੈਣਾ ਦੇਣਾ ਹੈ ਹੀ ਨਹੀਂ, ਨਾ ਹੀ ਉਹ ਪੰਜਾਬ ਆਏ ਹੈ, ਨਾ ਹੀ ਉਹਨਾਂ ਦਾ ਤਾਲੁਕ ਹੈ, ਨਾ ਹੀ ਉਹਨਾਂ ਦੀ ਕਿਸੇ ਨਾਲ ਕੋਈ ਮੀਟਿੰਗ ਹੋਈ ਹੈ ਇਸ ਸੰਬੰਧੀ। ਇਹ ਤਾਂ ਸਾਰਾ ਐਲੀਗੇਸ਼ਨ ਹੈ। ਅਤੇ ਇਹ ਤਾਂ ਫਿਰ ਹੁਣ ਜਿਹੜਾ ਹੁਣ ਇਲੈਕਸ਼ਨ ਦੇ ਨੇੜੇ ਆ ਕੇ, ਕਿਉਂਕਿ ਪਿਛਲੀ ਸਰਕਾਰ ਕੋਲੇ ਮੇਨ ਮੁੱਦਾ ਹੀ ਬੇਅਦਬੀ ਦਾ ਸੀਗਾ, ਬੇਅਦਬੀ ਦੇ ਮੁੱਦੇ 'ਤੇ ਆਈ ਸੀ ਅਤੇ 5 ਸਾਲ ਬੇਅਦਬੀ 'ਤੇ ਹੀ ਸਿਆਸਤ ਕਰਕੇ ਚਲੀ ਗਈ। ਹੁਣ ਉਹਨਾਂ ਹੀ ਸ਼ਾਇਦ ਅਸੀਂ ਫਿਰ ਆ ਜਾਵਾਂਗੇ ਦੁਬਾਰੇ, ਬਾਬਾ ਜੀ ਦਾ ਨਾਮ ਪਾ ਦਿਓ ਦੁਬਾਰੇ ਆ ਜਾਵਾਂਗੇ, ਹੈ ਨਾ, ਹੀਅਰ ਸੱਸੀ ਐਵੀਡੈਂਸ 'ਤੇ, ਔਰ 5-6 ਸਾਲ ਬਾਅਦ ਕਿਸੇ ਇੱਕ ਬੰਦੇ ਦਾ ਬਿਆਨ ਲਿਖ ਕੇ ਉਹਨਾਂ ਨੂੰ ਫਾਲਸਲੀ ਇੰਪਲੀਕੇਟ ਕੀਤਾ। ਕੀ ਲੱਗਦਾ ਸਰ, ਜਿਸ ਤਰੀਕੇ ਨਾਲ ਇਲੈਕਸ਼ਨ ਹੋਇਆ, ਜਾਣਬੁੱਝ ਕੇ ਤੁਸੀਂ ਦੱਸਿਆ ਕਿ ਬੇਅਦਬੀ ਦਾ ਮੁੱਦਾ ਭਖਾਇਆ ਜਾਂਦਾ ਸੀ, ਕਿਤੇ ਨਾ ਕਿਤੇ ਭਾਈਚਾਰਾ ਤੋੜਨ ਦੀ ਵੀ ਗੱਲ ਹੁੰਦੀ ਸੀ, ਕਿਉਂਕਿ ਡੇਰਾ ਇੱਕ ਨੈਰੇਟਿਵ ਸੈੱਟ ਕੀਤਾ ਜਾਂਦਾ ਸੀ ਖਿਲਾਫ ਡੇਰੇ ਦੇ? ਦੇਖੋ, ਇਹੀ ਅਸੀਂ ਕਹਿੰਦੇ ਹਾਂ, ਬਿਲਕੁਲ ਤੁਹਾਡਾ ਜਿਹੜਾ ਕਹਿਣਾ ਬਿਲਕੁਲ ਦਰੁਸਤ ਹੈ ਵੀ ਭਾਈਚਾਰਾ ਨੂੰ ਜਿਹੜੀ ਹੈ, ਜਿਹੜਾ ਲੋਕਾਂ ਦਾ ਭਾਈਚਾਰਾ ਬਣਿਆ ਉਹਨੂੰ ਤੋੜਨ ਵਾਸਤੇ, ਜਾਂ ਜਿਹੜਾ ਡੇਰਾ ਸਿੱਖ ਵਿਵਾਦ ਸੀਗਾ, ਜੇ ਆਪਾਂ ਡੇਰਾ ਸਿੱਖ ਵਿਵਾਦ ਦੀ ਗੱਲ ਕਰੀਏ, 2007 ਦੇ ਵਿੱਚ ਬਾਬਾ ਜੀ 'ਤੇ ਐਲੀਗੇਸ਼ਨ ਲੱਗੇ ਵੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਪੋਸ਼ਾਕ ਪਾਈ ਹੈ, ਤਾਂ ਉਹਨਾਂ ਨੇ ਦੋ ਦਿਨ ਬਾਅਦ ਹੀ ਕਹਿਤਾ ਸੀ ਨਹੀਂ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਕਲ ਕਰਨਾ ਤਾਂ ਦੂਰ ਅਸੀਂ ਸੋਚ ਵੀ ਨਹੀਂ ਸਕਦੇ, ਹੈ ਨਾ। ਤਾਂ ਫਿਰ ਇਹ ਮੁੱਦਾ ਕਿਉਂ ਨਹੀਂ ਖਤਮ ਹੋਇਆ? ਇਹ ਜਿਹੜੀਆਂ ਕੁਝ ਤਾਕਤਾਂ ਹੈ ਜਾਂ ਇਹ ਸਿਆਸੀ ਬੰਦੇ ਆ ਜਿਹੜੇ ਪੌੜਾ ਪਾ ਰਹੇ ਆ ਸਮਾਜ ਦੇ ਵਿੱਚ, ਇਹੀ ਚਾਲਾਂ 2007 ਤੋਂ ਚੱਲ ਰਹੀਆਂ, ਇਹੀ ਬੇਅਦਬੀ ਨੂੰ ਲੈ ਕੇ ਇਹੀ ਚਾਲਾਂ ਵੀ ਇਹਨਾਂ ਦਾ ਫਰਕ ਪਾਇਆ ਜਾਵੇ ਸਮਾਜ ਨੂੰ, ਜੇ ਸਮਾਜ 'ਚ ਵੰਡੀਆਂ ਪਾਈਆਂ ਜਾਣ, ਜਾਂ ਆਪਦੀ ਵੋਟ ਜਿਹੜੀ ਹੈ ਕੈਪਚਰ ਕਰਨ ਦੇ ਤਰੀਕੇ ਆ ਪੋਲੀਟੀਕਲ ਲੋਕਾਂ ਦੇ, ਇਹੀ ਸਿਸਟਮ। ਸਰ, ਤੁਸੀਂ ਕਾਨਫਰੰਸ 'ਚ ਇੱਕ ਬਹੁਤ ਵੱਡੀ ਗੱਲ ਕਹੀ ਕਿ RS ਖੱਟੜਾ ਜਿਹੜੇ ਇਨਵੈਸਟੀਗੇਟਿੰਗ ਕਰ ਰਹੇ ਸੀਗੇ, ਉਹਨਾਂ ਨੇ ਕਿਹਾ ਸੀਗਾ ਵੀ ਡੇਰੇ ਦੀ ਫਿਲਮ ਵੀ ਲੱਗ ਗਈ ਹੈ, ਤਾਂ ਹੁਣ ਉਹ ਕੀ ਮੈਟਰ ਸੀ, ਉਹਦੇ ਵੀ ਜ਼ਰੂਰ ਦੱਸੋ ਦਰਸ਼ਕ। ਉਹਦੇ ਵਿੱਚ ਉਹਨਾਂ ਦਾ ਇੱਕ ਬਿਆਨ ਆਇਆ ਸੀਗਾ, ਇਹ ਕੁਛ ਸਿੱਖ ਜਥੇਬੰਦੀਆਂ ਦੇ ਵਿੱਚ ਵੀ ਐਲੀਗੇਸ਼ਨ ਲਾ ਰਹੇ ਸੀ ਵੀ ਇਹ ਜੀ, ਕਿਉਂਕਿ ਉੱਥੇ ਜਿਹੜਾ ਹੈ ਪੋਸਟਰ ਲੱਗੇ ਹੈ, ਉੱਥੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਲੱਗਿਆ ਜਾਂ ਪ੍ਰੇਮੀਆਂ ਨੇ ਲਾਇਆ, ਤਾਂ ਪ੍ਰੇਮੀਆਂ ਨੂੰ ਤੁਸੀਂ ਇੰਟੈਰੋਗੇਟ ਕਰੋ, ਪ੍ਰੇਮੀਆਂ 'ਤੇ ਕੇਸ ਪਾਓ। ਤਾਂ ਉਹਦਾ ਬਿਆਨ ਆਇਆ ਸੀ ਰਣਵੀਰ ਸਿੰਘ ਖੱਟੜੇ ਦਾ, ਉਹ ਕਹਿੰਦਾ ਵੀ ਡੇਰਾ ਮੁਖੀ ਨੂੰ ਤਾਂ ਮਾਫੀ ਵੀ ਮਿਲ ਗਈ, ਉਹਨਾਂ ਦੀ ਫਿਲਮ ਵੀ ਚੱਲ ਗਈ, ਤਾਂ ਉਹ ਫਿਰ ਆਪਦਾ ਕੰਮ ਆਪ ਖਰਾਬ ਕਿਉਂ ਕਰਨਗੇ, ਉਹ ਬੇਅਦਬੀ ਕਿਉਂ ਕਰਨਗੇ? ਇਹ ਸਾਰੇ ਝੂਠੇ ਐਲੀਗੇਸ਼ਨ ਇਹ ਕਹਿੰਦਾ। ਉਹ ਕਿਉਂਕਿ ਉਦੋਂ ਅਕਾਲੀ ਗੌਰਮੈਂਟ ਸੀ, ਮੁੜ ਕੇ ਸਰਕਾਰ ਬਦਲ ਗਈ, ਸਰਕਾਰ ਦਾ ਉਹਦੀ ਵੀ ਟਿਊਨਿੰਗ ਚੇਂਜ ਹੋ ਗਈ, ਮਹਿੰਦਰਪਾਲ ਬਿੱਟੂ 'ਤੇ ਪਾਤਾ ਕੇਸ। ਕੀ ਲੱਗਦਾ ਸਰ, ਕਿਉਂ ਗੁਰੂ ਜੀ ਦਾ ਨਾਮ ਵਾਰ-ਵਾਰ ਜੜ ਦਿੱਤਾ ਜਾਂਦਾ, ਇਹਦੇ ਕੀ ਕਾਰਨ ਲੱਗਦੇ ਆ, ਕੀ ਤੱਥ ਹੈ? ਦੋ ਹੀ ਤੱਥ ਹੈ ਜਿਹੜੇ ਸਾਡੇ ਸਮਝ ਆਉਂਦੇ ਆ। ਆਈ ਮੇ ਬੀ ਰੋਂਗ। ਪਹਿਲਾਂ ਤਾਂ ਜਿਹੜਾ ਇਹਨਾਂ ਨੇ ਪ੍ਰਜੰਪਸ਼ਨ ਬਣਾਈ ਹੈ ਵੀ ਇਹਨਾਂ ਨੇ ਅਕਾਲੀ ਦਲ ਨੂੰ ਵੋਟ ਪਾਈ ਹੈ ਜੀ, ਹੈ ਨਾ। ਵੋਟ ਦਾ ਰਾਈਟ ਤਾਂ ਸੀਕਰਟ ਹੈ, ਕੋਈ ਕਿਤੇ ਮਰਜ਼ੀ ਪਾਵੇ, ਕਿੱਥੇ ਪਾ ਕੇ ਆਉਂਦਾ ਆਪਾਂ ਨੂੰ ਕੀ ਪਤਾ, ਇਹਨਾਂ ਨੇ ਬਣਾਈ ਹੈ। ਅਤੇ ਜਾਂ ਤਾਂ ਇਹ ਹੈ, ਅਤੇ ਜਾਂ ਫਿਰ ਦੂਸਰਾ ਜਿਹੜਾ ਹੈਗਾ ਆਪਣਾ ਇਹ ਜਿਹੜੀ ਇੱਕ ਤਾਂ ਵੋਟਾਂ ਦਾ ਹੋ ਗਿਆ, ਦੂਸਰਾ ਜਿਹੜਾ ਸਿੱਖ ਵੋਟ ਕੈਪਚਰ ਕਰਨ ਦਾ ਤਰੀਕਾ ਵੀ ਹੋ ਸਕਦਾ ਹੈ ਵੀ ਜੇ ਬਾਬਾ ਜੀ ਤਾਂ ਅੰਦਰ ਗਏ ਜੀ, ਉਹਨਾਂ 'ਤੇ ਹੁਣ ਐਲੀਗੇਸ਼ਨ ਲੱਗੇ ਹੈ, ਅਤੇ ਕਿਉਂ ਨਾ ਆਪਾਂ ਇਹਨਾਂ 'ਤੇ ਪਲਾਂਟੇਸ਼ਨ ਕਰਕੇ ਸਿੱਖ ਵੋਟ ਪੱਕੀ ਕਰ ਲਈਏ।
ਇਹ ਵੀ ਹੋ ਸਕਦਾ, ਹੁਣ ਇਹ ਤਾਂ ਇਹੀ ਜਾਣਦੇ ਆ ਇਹਨਾਂ ਜਿਸ ਦੇ। ਤਰੀਕੇ ਨਾਲ ਸੀਬੀਆਈ ਨੇ ਇਨਵੈਸਟੀਗੇਸ਼ਨ ਕੀਤੀ, ਤੁਸੀਂ ਦੱਸਿਆ ਕਿ ਬ੍ਰੇਨ ਮੈਪਿੰਗ ਵਗੈਰਾ ਵੀ ਹੋਈ ਸੀ, ਕਿ ਪੰਜਾਬ ਦੀ ਐਸਆਈਟੀ ਨੇ ਵੀ ਇੱਦਾਂ ਦੀ ਕੁਝ ਜਾਂਚ ਕੀਤੀ ਸੀ? ਨਹੀਂ ਨਹੀਂ, ਇਹਨਾਂ ਨੇ ਕੁਛ ਨਹੀਂ ਕੀਤਾ। ਇਹਨਾਂ ਕੋਲ ਤਾਂ ਇਕੱਲੀ ਮਹਿੰਦਰਪਾਲ ਬਿੱਟੂ ਦੀ ਅਤੇ ਇਹਨਾਂ ਦੇ ਮਾਰ ਕੇ ਜਿਹੜੇ ਛਿੱਤਰ ਮਾਰ ਕੇ ਮੂੰਹ 'ਤੇ ਪਾ ਕੇ ਕੁੱਟਮਾਰ ਕਰਕੇ ਲਏ ਕਨਫੈਸ਼ਨ ਹੀ ਆ, ਹੋਰ ਕੁਛ ਨਹੀਂ ਇਹਨਾਂ ਕੋਲ, ਕੋਈ ਡਾਇਰੈਕਟ ਐਵੀਡੈਂਸ ਨਹੀਂ। ਉਹ ਸਾਰੀ ਜਾਂਚ ਹੋਈ ਵੀ ਹੈ ਅਤੇ ਪੰਜਾਬ ਪੁਲਿਸ ਨੂੰ ਤਾਂ ਹਾਈ ਕੋਰਟ ਨੇ ਕਿਹਾ ਸੀ ਗਾਂ ਫਰਦਰ ਇਨਵੈਸਟੀਗੇਸ਼ਨ ਕਰੋ ਉਹਨੂੰ ਕੰਸੀਡਰ ਕਰਨ ਤੋਂ ਬਾਅਦ, ਅਤੇ ਇਹਨਾਂ ਨੇ ਕਿਉਂ ਨਹੀਂ ਕੰਸੀਡਰ ਕੀਤੀ? ਇਹਨਾਂ ਨੇ ਸੀਬੀਆਈ ਦੀ ਰਿਪੋਰਟ ਕਿਉਂ ਨਹੀਂ ਕੰਸੀਡਰ ਕੀਤੀ? ਜਿਹੜੇ ਸਾਰੇ ਬ੍ਰੇਨ ਮੈਪਿੰਗ, ਲਾਈ ਡਿਟੈਂਸ਼ਨ ਟੈਸਟ ਹੈ, ਫਿੰਗਰ ਪ੍ਰਿੰਟਾਂ ਦਾ ਮਿਲਾਨ ਕੀਤਾ ਗਿਆ ਹੈ, ਮੋਬਾਈਲ ਡਾਟਾ ਇਹਨਾਂ ਦੀਆਂ ਲੋਕੇਸ਼ਨਾਂ ਦੇਖੀਆਂ ਗਈਆਂ ਹੈ, ਸਾਰਾ ਕੁਝ ਉਹਨਾਂ ਨੇ ਦੇਖਿਆ। ਉਦੋਂ ਗਾਂ ਇਨਵੈਸਟੀਗੇਸ਼ਨ ਕਰਨੀ ਸੀ ਇਹਨਾਂ ਨੇ। ਕੇਸ ਸੀਬੀਆਈ ਤੋਂ ਵਾਪਸ ਲੈ ਕੇ ਇਹਨਾਂ ਨੇ ਵਿਧਾਨ ਸਭਾ 'ਚ ਮਤਾ ਪਾ ਕੇ ਵਾਪਸ ਲੈ ਲਿਆ ਵੀ ਕਿਤੇ ਸੀਬੀਆਈ ਜਿਹੜੀ ਹੈ ਅਸਲ ਦੋਸ਼ੀਆਂ ਨੂੰ ਨਾ ਫੜ ਲੇ ਜਾਂ ਇਹਨਾਂ ਨੂੰ ਬੇਗੁਨਾਹ ਨਾ ਕਰ ਦੇ, ਕਿਉਂਕਿ ਇਹਨਾਂ ਨੇ ਤਾਂ ਆਪਦੀ ਜਿਹੜੀ ਕਹਾਣੀ ਬਣਾਈ ਸੀ ਉਹਨੂੰ ਇੰਪਲੀਮੈਂਟ ਕਰਨਾ ਸੀਗਾ, ਤਾਂ ਤਾਂਗੇ ਪਾਇਆ, ਹੋਰ ਕੀ ਹੈ। ਤੇ ਸਰ ਬਹੁਤ ਜ਼ਿਆਦਾ ਇੱਕ ਜਿਹੜੇ ਸਿੱਖ ਸਮਾਜ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਆਪਣਾ ਭਾਈਚਾਰਾ ਨਾ ਟੁੱਟੇ, ਕੋਈ ਇੱਦਾਂ ਦਾ ਕੋਈ ਸੰਦੇਸ਼? ਬਿਲਕੁਲ ਸਰ, ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਵੀ ਇਹ ਲੜਾ ਰਹੇ ਆਪਾਂ ਨੂੰ, ਜਿਉਂ ਕਦੋਂ ਦੇ ਲੱਗੇ ਆ ਰਵਾਇਤੀ ਪਾਰਟੀਆਂ, 70 ਸਾਲ ਹੋ ਗਏ ਇਹਨਾਂ ਨੇ, ਹੋਰ ਕੀ ਕੀਤਾ? ਇਹਨਾਂ ਨੇ ਜਿਹੜਾ ਭ੍ਰਿਸ਼ਟਾਚਾਰ ਕੀਤਾ ਜਾਂ ਆਪਸ ਵਿੱਚ ਲੋਕਾਂ ਨੂੰ ਜਿਹੜਾ ਹੈ ਲੜਾਇਆ। ਤਾਂ ਅਸੀਂ ਸਿੱਖ ਭਾਈਚਾਰੇ ਨੂੰ, ਕਿਉਂਕਿ ਅਸੀਂ ਵੀ ਸਿੱਖ ਭਾਈਚਾਰੇ ਨਾਲ ਬਿਲੋਂਗ ਕਰਦੇ ਹਾਂ, ਪੰਜਾਬ 'ਚ ਰਹਿੰਦੇ ਹਾਂ, ਅਸੀਂ ਵੀ ਉਹਨਾਂ ਹੀ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਹਾਂ। ਤਾਂ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਆਪਾਂ ਸਾਰੇ ਮਿਲ ਕੇ ਮੰਗ ਰੱਖੀਏ ਵੀ ਇਹਦੀ ਨਿਰਪੱਖ ਜਾਂਚ ਹੋਵੇ, ਅਸਲ ਦੋਸ਼ੀ ਚਾਹੇ ਕੋਈ ਵੀ ਹੈ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਮਾਨ ਹੈ, ਉਹਦੀ ਗ੍ਰਿਫਤਾਰੀ ਪਵੇ, ਉਹ 'ਤੇ ਕਾਰਵਾਈ ਹੋਵੇ ਔਰ ਸੱਚ ਲੋਕਾਂ ਦੇ ਸਾਹਮਣੇ ਆਵੇ। ਸਰ ਸੂਬੇ 'ਚ ਸਰਕਾਰ ਬਦਲੀ ਹੈ, ਕੀ ਨਿਰਪੱਖ ਜਾਂਚ ਦੀ ਮੰਗ ਕਰਦੇ ਹੋ? ਕਿਸ ਤਰੀਕੇ ਦੀ ਹੁਣ ਜਾਂਚ ਅੱਗੇ ਵਧਣੀ ਚਾਹੀਦੀ? ਬਿਲਕੁਲ, ਜਿਵੇਂ ਪੰਜਾਬ ਦੇ ਲੋਕਾਂ ਨੂੰ ਉਮੀਦ ਹੈ ਇਵੇਂ ਸਾਨੂੰ ਵੀ ਉਮੀਦ ਹੈ ਵੀ ਲੋਕ ਰਾਜ ਆਊਗਾ, ਭ੍ਰਿਸ਼ਟਾਚਾਰ ਖਤਮ ਹੋਊਗਾ। ਤਾਂ ਸਾਨੂੰ ਵੀ ਉਮੀਦ ਹੈ ਵੀ ਇਸੇ ਕਰਕੇ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਵੀ ਨਵੀਂ ਸਰਕਾਰ ਨਵੇਂ ਸਿਰੇ ਤੋਂ ਜਾਂਚ ਕਰਾਵੇ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੇ। ਸਾਨੂੰ ਵੀ ਬਹੁਤ ਉਮੀਦਾਂ ਹੋਣਾ ਚਾਹੀਦਾ। ਤਾਂ ਇਹ ਸੀ ਕੇਵਲ ਬਰਾੜ ਜੀ, ਜਿਨ੍ਹਾਂ ਨੇ ਕਿਹਾ ਕਿ ਨਿਰਪੱਖ ਜਾਂਚ ਦੀ ਮੰਗ ਇਹਨਾਂ ਨੇ ਕੀਤੀ ਹੈ। ਡੇਰਾ ਸੱਚਾ ਸੌਦਾ ਦੀ ਪ੍ਰਵਕਤਾ ਵੀ ਸਾਡੇ ਨਾਲ ਸੰਦੀਪ ਕੌਰ ਜੀ। ਸੰਦੀਪ ਜੀ, ਕੀ ਕਹੋਗੇ? ਪੂਜਨੀ ਗੁਰੂ ਜੀ ਦਾ ਫਿਰ ਨਾਮ ਤੋਂ ਜੜ ਦਿੱਤਾ ਜਾਂਦਾ ਹੈ, ਅਤੇ ਕੀ ਤੁਹਾਨੂੰ ਮਾਮਲੇ 'ਚ ਲੱਗਦਾ ਹੈ ਕਿ ਕਿਸ ਤਰੀਕੇ ਦੀ ਜਾਂਚ ਹੋਣੀ ਚਾਹੀਦੀ ਹੈ? ਹੁਣ ਨਵੀਂ ਸਰਕਾਰ ਆਈ ਹੈ। ਬਿਲਕੁਲ ਅਨਬਾਇਸਡ ਜਾਂਚ ਹੋਣੀ ਚਾਹੀਦੀ ਹੈ, ਦੋਨੋਂ ਪੱਖਾਂ ਨੂੰ ਸੁਣਿਆ ਜਾਣਾ ਚਾਹੀਦਾ ਅਤੇ ਜੋ ਵੀ ਦੋਸ਼ੀ ਹੈ ਉਹਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੀ। ਕੀ ਲੱਗਦਾ ਕਿ ਪੂਜਨੀ ਗੁਰੂ ਜੀ ਦਾ ਦੁਆਰ ਤੋਂ ਨਾਮ ਜੜ ਦਿੱਤਾ ਜਾਂਦਾ, ਉਸ 'ਤੇ ਤੁਸੀਂ ਕੀ ਕਹਿਣਾ ਚਾਹੋਗੇ ਡੇਰੇ ਵੱਲੋਂ? ਮੈਂ ਇਹ ਕਹਿਣਾ ਚਾਹੂੰਗੀ 1948 ਤੋਂ ਕੋਈ ਵੀ ਸਤਸੰਗ ਕੱਢ ਲਓ, ਮਸਤਾਨਾ ਜੀ ਮਹਾਰਾਜ ਦਾ, ਸ਼ਾਹ ਸਤਨਾਮ ਜੀ ਪਿਤਾ ਜੀ ਦਾ ਕੱਢ ਲਓ, ਕੋਈ ਵੀ ਜੇ ਕਿਸੇ ਵੀ ਧਰਮ ਬਾਰੇ ਕੁਛ ਵੀ ਉੱਚਾ ਨੀਵਾਂ ਵੀ ਬੋਲਿਆ ਹੋਵੇ, ਗਲਤੀ ਨਾਲ ਵੀ ਨਹੀਂ ਹੋ ਸਕਦਾ ਇਸ ਤਰ੍ਹਾਂ। ਕੋਈ ਵੀ ਬੁੱਕ ਰੈਂਡਮਲੀ ਕੱਢ ਲਓ ਜਿਹੜੀ ਵੀ ਡੇਰੇ ਦੀ ਹੈ, ਕਿ ਉਹਦੇ ਵਿੱਚ ਕਿਸੇ ਵੀ ਧਰਮ ਬਾਰੇ ਕੁਛ ਵੀ ਲਿਖਿਆ ਹੋਵੇ, ਹੋ ਹੀ ਨਹੀਂ ਸਕਦਾ ਇਹ। ਤੇ ਸਮਾਜ ਨੂੰ ਕੀ ਸੰਦੇਸ਼ ਦੋਗੇ ਕਿ ਸਿੱਖ ਭਾਈਚਾਰਾ ਜਾਂ ਡੇਰਾ ਸ਼ਰਧਾਲੂ ਆਪਸ 'ਚ ਕੋਈ ਇਸ ਤਰੀਕੇ ਦੇ ਕੋਈ ਵਿਵਾਦ ਨਾ ਫੈਲੇ? ਮੇਰੀ ਤਾਂ ਸਾਰਿਆਂ ਨੂੰ, ਸਾਰੇ ਸਿੱਖ ਭਾਈਚਾਰੇ ਨੂੰ ਇਹੀ ਬੇਨਤੀ ਹੈ ਕਿ ਇਹ ਜੋ ਮੁੱਦਾ ਹੈ ਇਹ 'ਤੇ ਆਪਾਂ ਪੋਲੀਟਿਕਸ ਨਾ ਕਰਨ ਦਈਏ ਕਿਸੇ ਨੂੰ। ਇਹ ਸਾਰਿਆਂ ਲਈ ਬਹੁਤ ਸੈਂਸਿਟਿਵ ਇਸ਼ੂ ਹੈ। ਲੈਟਸ ਜੁਆਇਨ ਹੈਂਡਸ, ਸਾਰੇ ਇੱਕ ਦੂਜੇ ਨਾਲ ਖੜ੍ਹੇ ਹੋਈਏ ਅਤੇ ਜੋ ਵੀ ਅਸਲ ਦੋਸ਼ੀ ਹੈ, ਕੋਈ ਵੀ ਹੈ, ਜਿਵੇਂ ਸਰ ਨੇ ਕਿਹਾ, ਚਾਹੇ ਹਿੰਦੂ, ਮੁਸਲਿਮ, ਸਿੱਖ, ਕੋਈ ਵੀ ਹੈ, ਉਹਨੂੰ ਸਜ਼ਾ ਦੇਣੀ ਚਾਹੀਦੀ ਹੈ। ਤਾਂ ਇਹ ਸੀ ਸੰਦੀਪ ਕੌਰ, ਡੇਰਾ ਸੱਚਾ ਸੌਦਾ ਦੇ ਪ੍ਰਵਕਤਾ, ਅਤੇ ਕੇਵਲ ਬਰਾੜ ਨਾਲ ਵੀ ਅਸੀਂ ਗੱਲਬਾਤ ਕੀਤੀ। ਸਾਫ਼ ਤੌਰ 'ਤੇ ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ 2015 ਵਿੱਚ ਬੇਅਦਬੀ ਦੀ ਘਟਨਾਵਾਂ ਹੋਈਆਂ ਸੀ ਅਤੇ ਜਾਣਬੁੱਝ ਕੇ ਡੇਰਾ ਸੱਚਾ ਸੌਦਾ ਨੂੰ ਇਨਵੈਸਟੀਗੇਸ਼ਨ ਦੇ ਅੰਦਰ ਸ਼ਾਮਿਲ ਕੀਤਾ ਗਿਆ, ਅਤੇ ਇੱਕ ਡੇਰਾ ਸ਼ਰਧਾਲੂ ਦੀ, ਨਿਰਦੋਸ਼ ਸ਼ਰਧਾਲੂ ਦੀ ਜਿਹੜੀ ਮੌਤ ਵੀ ਹੋਈ ਹੈ। ਅਤੇ ਜਾਂਚ ਦੀ ਇਹਨਾਂ ਨੇ ਕੀਤੀ ਹੈ, ਮੰਗ ਕੀਤੀ ਹੈ ਕਿ ਹੁਣ ਨਵੀਂ ਸਰਕਾਰ ਸੂਬੇ 'ਚ ਬਣੀ ਹੈ ਤਾਂ ਸਾਨੂੰ ਉਮੀਦ ਹੈ ਕਿ ਡੇਰਾ ਸੱਚਾ ਸੌਦਾ ਨੂੰ ਇਸ ਗੱਲ ਦਾ ਜਿਹੜੀ ਜਾਂਚ ਸਹੀ ਕਰਕੇ ਨਿਆਂ ਜ਼ਰੂਰ ਮਿਲੇਗਾ। ਗੁਰਕੀਰਤ ਦੇ ਨਾਲ ਮੈਂ ਰਵਿੰਦਰ ਰਿਆਜ਼, ਸੱਚ ਕਹੂੰ।